ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸੇ ਅਰਥ ਕਰਾਂਗੇ। ਅੱਜ ਆਸਾ ਮਹੱਲਾ ਪਹਿਲਾ ਦੇ 19ਵੇਂ 19th ਸ਼ਬਦ ਦੀ ਵਾਰੀ ਹੈ ਜੀ। ਏਕ ਓੰਕਾਰ ਸਤਿਗੁਰੂ ਪ੍ਰਸਾਦ। ਆਸਾ ਮਹੱਲਾ ਪਹਿਲਾ। ਰੂੜੋ ਠਾਕਰ ਮਾਰੋ ਰੂੜੀ ਗੁਰਬਾਣੀ। ਵਡੇ ਭਾਗ ਸਤਿਗੁਰ ਮਿਲੇ ਪਾਈਏ ਪਦ ਨਿਰਵਾਣੀ। ਰੂੜੋ ਠਾਕਰ ਮਾਹਿਰੋ ਰੂੜੀ ਗੁਰਬਾਣੀ। ਵਡੇ ਭਾਗ ਸਤਿਗੁਰ ਮਿਲੇ ਪਾਈਏ ਪਦ ਨਿਰਵਾਣੀ। ਮੈਂ ਉਲਗਿਆ ਉਲਗੀ ਹਮ ਛੋਰ ਉਥਾਰੇ। ਜਿਉ ਤੂੰ ਰਾਖੇ ਤਿਉ ਰਹਾ ਮੁਖ ਨਾਮ ਹਮਾਰੇ ਰਹਾਓ। ਮੈਂ ਉਲਗਿਆ ਉਲਗੀ ਹਮ ਛੋਰ ਉਥਾਰੇ। ਜਿਉ ਤੂੰ ਰਾਖੇ ਤਿਉ ਰਹਾ ਮੁਖ ਨਾਮ ਹਮਾਰੇ ਰਹਾਓ। दर्शन की प्यासा कणी भाणे मन पाइए। मेरे ठाकर हाथ वड्याइयां भाणे पत पाइए। दर्शन की प्यासा कणी भाणे मन पाइए। मेरे ठाकर हाथ वड्याइयां भाणे पत पाइए। साचो दूर न जानिए अंतर है सोई। जह देखा तह रव रहे किन कीमत होई। साचो दूर न जानिए अंतर है सोई। जय देखा तह रव रहे किन कीमत होई। आप करे आपे हरे वेखे वड्याई। गुरमुख होए निहालिए यो कीमत पाई। आप करे आपे हरे वेखे वड्याई। गुरमुख होए निहालिए यो कीमत पाई। जीव दयाला हाँ मिले गुर कार कमावै। पूरब होवे लिखया ता सतगुर पावै। जीव दयाला हाँ मिले गुर कार कमावै। पूरब होवे लिखया ता सतगुर पावै। मनमुख तोटा नित है परमे परमाए। मनमुख अंध न चेतई क्यों दर्शन पाए। मनमुख तोटा नित है परमे परमाए। मनमुख अंध न चेतई क्यों दर्शन पाए। ਤਾਂ ਜਗ ਆਇਆ ਜਾਣੀਏ ਸਾਚੇ ਲਿਵਲਾਏ। ਗੁਰ ਭੇਟੇ ਪਾਰਸ ਪਏ ਜੋਤੀ ਜੋਤ ਮਿਲਾਏ। ਤਾਂ ਜਗ ਆਇਆ ਜਾਣੀਏ ਸਾਚੇ ਲਿਵਲਾਏ। ਗੁਰ ਭੇਟੇ ਪਾਰਸ ਪਏ ਜੋਤੀ ਜੋਤ ਮਿਲਾਏ। ਐਨਸ ਰਹੇ ਨਿਰਾਲਮੋ ਕਾਰ ਤੁਰ ਕੀ ਬਾਣੀ ਤੁਰ ਕੀ ਕਰਨੀ। ਨਾਨਕ ਨਾਮ ਸੰਤੋਖਿਆ ਰਾਤੇ ਹਰ ਚਰਨੀ। ਐਨਸ ਰਹੇ ਨਿਰਾਲਮੋ ਕਾਰ ਤੁਰ ਕੀ ਕਰਨੀ। ਨਾਨਕ ਨਾਮ ਸੰਤੋਖਿਆ ਰਾਤੇ ਹਰ ਚਰਨੀ। ਇਸ ਸ਼ਬਦ ਵਿੱਚ ਗੁਰੂ ਜੀ ਆਖਦੇ ਹਨ ਕਿ ਪਰਮੇਸ਼ਰ ਸਰਵਸ਼੍ਰੇਸ਼ਟ ਬਹੁਤ ਅਤ ਸੁੰਦਰ ਸਤਾ ਹੈ ਜੀ। ਅਤੇ ਗੁਰਸ਼ਬਦ ਗੁਰਬਾਣੀ ਨਾਮ ਵੀ ਉਸੇ ਦਾ ਪ੍ਰਤਿਰੂਪ ਹੈ ਜੀ। ਪਰਮੇਸ਼ਰ ਸਰਬਤ ਵਿਆਪਕ ਹੈ ਜੀ ਅਤੇ ਸਭ ਦੇ ਹਿਰਦੇ ਵਿੱਚ ਸਮਾਇਆ ਹੋਇਆ ਹੈ ਜੀ। ਹਰ ਇੱਕ ਦੇ ਉਸਨੂੰ ਦੂਰ ਨਾ ਸਮਝ ਕੇ ਅੰਗ ਸੰਗ ਮੰਨਣਾ ਚਾਹੀਦਾ ਹੈ ਜੀ। ਉਹੀ ਸੰਸਾਰ ਦੀ ਸਾਰੀ ਗਤਵਿਧ ਚਲਾਉਂਦਾ ਹੈ ਜੀ। ਸਾਰੀ ਸ੍ਰਿਸ਼ਟੀ ਉਸੇ ਦੀ ਸਾਜੀ ਹੋਈ ਹੈ ਜੀ ਅਤੇ ਉਸ ਦੀ ਕਿਰਪਾ ਦੁਆਰਾ ਹੀ ਗੁਰਸ਼ਬਦ ਗੁਰਬਾਣੀ ਨਾਮੀ ਗੁਰਮੁਖਾਂ ਨਾਲ ਮੇਲ ਹੁੰਦਾ ਹੈ ਜੀ। ਤੇ ਜੋ ਮਨਮੁਖ ਹਨ ਗੁਰੂ ਜੀ ਆਖਦੇ ਹਨ ਉਹ ਵਾਸਤਵਿਕਤਾ ਦਾ ਭੇਦ ਨਾ ਪਾ ਕੇ ਇੱਧਰ ਉੱਧਰ ਸਾਰਾ ਜੀਵਨ ਭਟਕਦੇ ਰਹਿੰਦੇ ਹਨ ਜੀ। ਗੁਰੂ ਜੀ ਆਖਦੇ ਹਨ ਇਸ ਲਈ ਜੀਵ ਨੂੰ ਚਾਹੀਦਾ ਹੈ ਜੀ ਕਿ ਗੁਰੂ ਦੇ ਸੰਪਰਕ ਵਿੱਚ ਜਾ ਕੇ ਭਾਵ ਸਾਧ ਸੰਗਤ ਦੇ ਸਾਥ ਵਿੱਚ ਮਿਲ ਬੈਠ ਗੁਰਸ਼ਬਦ ਗੁਰਬਾਣੀ ਨਾਮ ਦੇ ਸਿਮਰਨ ਕਰੇ ਅਤੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਦੇ ਦਰਸ਼ਨ ਕਰਨ ਦਾ ਯਤਨ ਕਰੇ ਜੀ। ਸੋ ਗੁਰੂ ਜੀ ਆਖਦੇ ਹਨ ਕਿ ਜਿਸ ਤਰ੍ਹਾਂ ਸਾਡੇ ਗੁਰੂਆਂ ਨੇ ਸਾਨੂੰ ਅਮੋਲਕ ਦਾਤ ਦਿੱਤੀ ਹੈ ਜੀ। ਸੁੰਦਰ ਗੁਰਬਾਣੀ ਦਿੱਤੀ ਹੈ ਜੀ ਜਿਸ ਦੁਆਰਾ ਪਤਾ ਲੱਗਦਾ ਹੈ ਜੀ ਕਿ ਕਰਤਾ ਪੁਰਖ
ਅਤ ਸੁੰਦਰ ਅਤੇ ਪ੍ਰਧਾਨ ਪੁਰਖ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਵੱਡੇ ਭਾਗਾਂ ਨਾਲ ਹੀ ਵੱਡੇ ਭਾਗ ਹੋਣ ਤਾਂ ਹੀ ਉਸ ਪਰਮੇਸ਼ਰ ਰੂਪ ਸਤਿਗੁਰੂ ਨੂੰ ਮਿਲ ਸਕਦੇ ਹਨ ਜੀ। ਅਤੇ ਵਿਸ਼ੇ ਵਾਸ਼ਨਾ ਰਹਿਤ ਇਹ ਪਦ ਪ੍ਰਾਪਤ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਮੈਂ ਤੇਰੇ ਉਲਗੀ ਭਾਵ ਨੀਚੇ ਤੋਂ ਨੀਚਾ ਹਾਂਜੀ, ਅਤੇ ਅਸੀਂ ਤੇਰੇ ਛੋਟੇ ਜਿਹੇ ਦਾਸ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਜਿਸ ਤਰ੍ਹਾਂ ਤੂੰ ਮੈਨੂੰ ਰੱਖੇ ਮੈਂ ਉਸੇ ਤਰ੍ਹਾਂ ਤੇਰੇ ਹੁਕਮ ਤੇਰੀ ਰਜ਼ਾ ਵਿੱਚ ਰਹਾਂ ਜੀ, ਅਤੇ ਸਾਡੇ ਮੂੰਹ ਵਿੱਚ ਤੇਰਾ ਹੀ ਗੁਰਸ਼ਬਦ ਗੁਰਬਾਣੀ ਨਾਮ ਹੋਵੇ ਜੀ। ਰਹਾਓ। ਫਿਰ ਗੁਰੂ ਜੀ ਆਖਦੇ ਹਨ, ਗੁਰਮੁਖ ਜੀਵ ਦੇ ਅੰਦਰ ਪਰਮੇਸ਼ਰ ਦੇ ਦਰਸ਼ਨ ਦੀ ਬਹੁਤ ਇੱਛਾ ਤਾਂਘ ਹੁੰਦੀ ਹੈ ਜੀ, ਬਹੁਤ ਪ੍ਰਬਲ ਹੁੰਦੀ ਹੈ ਜੀ, ਅਤੇ ਉਸ ਪਰਮੇਸ਼ਰ ਦੀ ਰਜ਼ਾ ਹੁਕਮ ਅਨੁਸਾਰ ਗੁਰਮੁਖ ਜੀਵਾਂ ਦੇ ਮਨ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਉਹਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੇਰੇ ਮਾਲਕ ਦੇ ਹੱਥ ਵਿੱਚ ਭਰੇ ਖਜ਼ਾਨੇ ਹਨ ਜੀ, ਭਰੇ ਭੰਡਾਰ ਹਨ ਜੀ। ਇਹ ਸਾਰੀਆਂ ਉਸ ਪਰਮੇਸ਼ਰ ਦੀਆਂ ਵਡਿਆਈਆਂ ਹਨ ਜੀ, ਅਤੇ ਉਸ ਪਰਮੇਸ਼ਰ ਦੇ ਭਾਣੇ ਅਨੁਸਾਰ ਹੀ ਇੱਜ਼ਤ ਪੱਤ ਪਾਈਦੀ ਹੈ ਜੀ। ਫਿਰ ਗੁਰੂ ਜੀ ਆਖਦੇ ਹਨ, ਉਸ ਸੱਚੇ ਪਰਮੇਸ਼ਰ ਹਰ ਨੂੰ ਆਪਣੇ ਦਿਲ ਤੋਂ ਦੂਰ ਬੈਠਾ ਨਹੀਂ ਜਾਣਨਾ ਚਾਹੀਦਾ ਜੀ। ਉਹ ਤਾਂ ਹਰ ਇੱਕ ਜੀਵ ਦੇ ਅੰਦਰ ਹੀ ਬੈਠਾ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਮੈਂ ਜਿੱਥੇ ਵੇਖਦਾ ਹਾਂ ਪਰਮੇਸ਼ਰ ਉੱਥੇ ਵਿਆਪਕ ਹੈ ਜੀ, ਹਰ ਇੱਕ ਦੇ ਅੰਦਰ, ਸਾਡੇ ਅੰਦਰ, ਤੁਹਾਡੇ ਅੰਦਰ, ਇਸ ਸ੍ਰਿਸ਼ਟੀ ਵਿੱਚ ਅੰਦਰ ਬਾਹਰ ਉਹ ਹੈ ਜੀ। ਅਤੇ ਨਾ ਹੀ ਅਸੀਂ ਪਰਮੇਸ਼ਰ ਦੀ ਕੋਈ ਕੀਮਤ ਪਾ ਸਕਦੇ ਹਾਂ ਜੀ। ਫਿਰ ਗੁਰੂ ਜੀ ਆਖਦੇ ਹਨ, ਉਹ ਕਰਤਾ ਪੁਰਖ ਪਰਮੇਸ਼ਰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸਾਜ ਕੇ ਤੇ ਸਾਰੀ ਸ੍ਰਿਸ਼ਟੀ ਦੇ ਜੀਵਾਂ ਦੀ ਉਤਪਤੀ ਕਰਦਾ ਹੈ ਤੇ ਫਿਰ ਆਪੇ ਹੀ ਉਸ ਨੂੰ ਨਸ਼ਟ ਕਰ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਆਪ ਹੀ ਆਪਣੀ ਵਡਿਆਈ ਵੇਖ ਰਿਹਾ ਹੈ ਜੀ, ਭਾਵ ਆਪ ਹੀ ਇਹ ਸਾਰੀ ਸ੍ਰਿਸ਼ਟੀ ਦਾ ਖੇਡ ਤਮਾਸ਼ਾ ਵੇਖ ਰਿਹਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ, ਗੁਰਸ਼ਬਦ ਗੁਰਬਾਣੀ ਦਾ ਦੁਆਰਾ ਹੋ ਕੇ ਵੇਖੀਏ, ਅਰਥਾਤ ਦਰਸ਼ਨ ਅਸੀਂ ਕਰ ਸਕਦੇ ਹਾਂ ਜੀ। ਗੁਰਸ਼ਬਦ ਗੁਰਬਾਣੀ ਨਾਮ ਅਨੁਸਾਰ ਪਰਮੇਸ਼ਰ ਦੀ ਕੀਮਤ ਪਤਾ ਲੱਗ ਸਕਦੀ ਹੈ ਜੀ, ਕਿ ਉਹ ਹਰ ਥਾਂ ਵਿਆਪਕ ਹੈ ਜੀ, ਹਰ ਇੱਕ ਦੇ ਅੰਦਰ ਹੈ ਜੀ। ਜੋ ਵੀ ਕੁਝ ਹੋ ਰਿਹਾ ਹੈ ਜੀ ਉਸੇ ਦੀ ਸਤਾ ਹੈ ਤੇ ਉਸੇ ਦੀ ਭਾਣੇ ਵਿੱਚ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ, ਜਿਹੜੇ ਗੁਰਮੁਖ ਜੀਵ ਸਾਡੇ ਗੁਰੂਆਂ ਦੇ ਦੱਸੇ ਰਸਤੇ ਤੇ ਚੱਲ ਕੇ ਗੁਰਸ਼ਬਦ ਗੁਰਬਾਣੀ ਨਾਮ ਦੀ ਸੇਵਾ ਕਰਦੇ ਹਨ, ਸਿਮਰਨ ਕਰਦੇ ਹਨ ਅਤੇ ਗੁਰਮਤਿ ਦੁਆਰਾ ਆਪਣਾ ਜੀਵਨ ਢਾਲਦੇ ਹਨ, ਗੁਰੂ ਜੀ ਆਖਦੇ ਹਨ, ਉਹਨਾਂ ਗੁਰਮੁਖਾਂ ਨੂੰ ਜੀਵਨ ਵਿੱਚ ਆਤਮਿਕ ਸੁੱਖ ਆਨੰਦ ਮਿਲਦਾ ਹੈ ਜੀ। ਫਿਰ ਗੁਰੂ ਜੀ ਆਖਦੇ ਹਨ, ਪਰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਤਿਗੁਰ ਦੀ ਪ੍ਰਾਪਤੀ ਵੀ ਤਾਂ ਹੀ ਹੁੰਦੀ ਹੈ ਜੀ, ਜੇ ਪਹਿਲਾਂ ਧੁਰੋਂ ਹੀ ਭਾਗਾਂ ਵਿੱਚ ਮਿਲਾਪ ਲਿਖਿਆ ਹੋਵੇ ਜੀ ਤੇ ਗੁਰੂ ਦੀ ਕਿਰਪਾ ਹੋਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨਮੁਖਾਂ ਨੂੰ ਸਦਾ ਘਾਟਾ ਹੀ ਘਾਟਾ ਮਿਲਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਉਹ ਮਨਮੁਖ ਭਰਮਾਂ ਦੇ ਭਟਕਾਏ ਹੋਏ ਇੱਧਰ ਉੱਧਰ ਭਟਕਦੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਆਖਦੇ ਹਨ, ਅਗਿਆਨੀ ਮਨਮੁਖ ਪਰਮੇਸ਼ਰ ਹਰ ਨੂੰ ਚੇਤੇ ਨਹੀਂ ਕਰਦੇ ਜੀ। ਫਿਰ ਉਹ ਕਿਸ ਤਰ੍ਹਾਂ ਪਰਮੇਸ਼ਰ ਹਰ ਦੇ ਦਰਸ਼ਨ ਪਾਉਣ ਜੀ, ਭਾਵ ਇਹ ਸੰਭਵ ਹੀ ਨਹੀਂ ਹੈ ਜੀ, ਨਹੀਂ ਪਾ ਸਕਦੇ ਜੀ। ਫਿਰ ਗੁਰੂ ਜੀ ਕਹਿੰਦੇ ਨੇ, ਇਸ ਜਗਤ ਸੰਸਾਰ ਵਿੱਚ ਜੀਵ ਮਨੁੱਖ ਦਾ ਆਇਆ ਤਾਂ ਹੀ ਸਫਲ ਹੋ ਸਕਦਾ ਹੈ ਜੀ, ਜੇ ਉਹ ਗੁਰਮੁਖ ਜੀਵ ਸੱਚੇ ਪਰਮੇਸ਼ਰ ਹਰ ਨਾਲ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ
ਆਪਣੀ ਸੁਰਤ ਜੋੜਨ ਜੀ। ਫਿਰ ਗੁਰੂ ਜੀ ਆਖਦੇ ਹਨ, ਜਿਹੜੇ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਸ ਪਰਮੇਸ਼ਰ ਨਾਲ ਲੱਗੇ ਹਨ ਤੇ ਪਰਮੇਸ਼ਰ ਦੀ ਉਹਨਾਂ ਨੂੰ ਸੋਝੀ ਹੋਈ ਹੈ, ਫਿਰ ਗੁਰੂ ਜੀ ਕਹਿੰਦੇ ਹਨ ਉਹ ਪਾਰਸ ਹੋ ਗਏ ਹਨ, ਭਾਵ ਸੱਚੇ ਹੋ ਗਏ ਹਨ ਅਤੇ ਪਰਮੇਸ਼ਰ ਦੀ ਜੋਤ ਵਿੱਚ ਉਹਨਾਂ ਦੀ ਜੋਤ ਮਿਲ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹਰ ਦੇ ਸੇਵਕ ਦਿਨ ਰਾਤ ਸਦਾ ਨਿਰਲੇਪ ਰਹਿੰਦੇ ਹਨ ਜੀ, ਭਾਵ ਵਿਸ਼ੇ ਵਿਕਾਰਾਂ ਤੋਂ ਨਿਰਲੇਪ ਰਹਿੰਦੇ ਹਨ ਜੀ ਅਤੇ ਪਰਮੇਸ਼ਰ ਹਰ ਦੀ ਸੇਵਾ ਸਿਮਰਨ ਕਰਦੇ ਹਨ ਜੀ। ਫਿਰ ਗੁਰੂ ਜੀ ਆਖਦੇ ਹਨ ਕਿ ਜਿਹੜੇ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜੇ ਹੋਏ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹ ਸਦਾ ਪਰਮੇਸ਼ਰ ਹਾਰ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਆਖਦੇ ਹਨ, ਜਿਤਨਾ ਸੁੰਦਰ ਸੁਗੜ ਸਜਾਨ ਇਸ ਸੰਸਾਰ ਦਾ ਕਰਤਾ ਪੁਰਖ ਸਿਰਜਣ ਹੈ ਹਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਤਨਾ ਸੁੰਦਰ ਹੀ ਸਤਿਗੁਰ ਅਤੇ ਉਸਦੀ ਗੁਰਬਾਣੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਬਾਣੀ ਵਿੱਚ ਪਾਰ ਬ੍ਰਹਮ ਪਰਮੇਸ਼ਰ ਅਭੇਦ ਨਹੀਂ ਹੈ ਜੀ। ਗੁਰਸ਼ਬਦ ਗੁਰਬਾਣੀ ਨਾਮ ਅਤੇ ਪਰਮੇਸ਼ਰ ਵਿੱਚ ਕੋਈ ਭਿੰਨ ਭੇਦ ਨਹੀਂ ਹੈ ਜੀ। ਫਿਰ ਗੁਰੂ ਜੀ ਆਖਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਤਿਗੁਰ ਦੀ ਪ੍ਰਾਪਤੀ ਵੀ ਪੂਰੇ ਭਾਗਾਂ ਨਾਲ ਤੇ ਪਰਮੇਸ਼ਰ ਦੀ ਕਿਰਪਾ ਨਾਲ ਹੀ ਮਿਲਦੀ ਹੈ ਜੀ। ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੇਜ 31 ਤੇ ਇਹਨਾਂ ਪੰਕਤੀਆਂ 'ਚ ਗੁਰੂ ਜੀ ਆਖਦੇ ਹਨ, ਪੂਰੇ ਭਾਗ ਸਤਿਗੁਰ ਮਿਲੇ ਜਾਂ ਭਾਗੇ ਕਿਉਂ ਉਦਿਓ ਹੋਏ, ਪੂਰੇ ਭਾਗ ਸਤਿਗੁਰ ਮਿਲੇ ਜਾਂ ਭਾਗੇ ਕਿਉਂ ਉਦਿਓ ਹੋਏ, ਅੰਦਰੋਂ ਦੁੱਖ ਭ੍ਰਮ ਕੱਟੀਏ ਸੁਖ ਪ੍ਰਾਪਤ ਹੋਏ। ਅੰਦਰੋਂ ਦੁੱਖ ਭ੍ਰਮ ਕੱਟੀਏ ਸੁਖ ਪ੍ਰਾਪਤ ਹੋਏ। ਤੇ ਫਿਰ ਰਹਾਉ ਦੀ ਪੰਕਤੀ ਵਿੱਚ ਵੀ ਗੁਰੂ ਜੀ ਨੇ ਜੋ ਨਿਮਰਤਾ ਦੱਸੀ ਹੈ ਜੀ, ਉਹ ਵੀ ਦੈਵੀ ਗੁਣਾਂ ਦੀ ਪੂੰਜੀ ਅਤੇ ਪਰਮੇਸ਼ਰ ਗੁਰ ਦੀ ਕਿਰਪਾ ਤੋਂ ਬਿਨਾਂ ਵਾਹਿਗੁਰੂ ਜੀ ਦੇ ਦਰਸ਼ਨ ਪ੍ਰਾਪਤ ਨਹੀਂ ਹੋ ਸਕਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਗ ਸੰਸਾਰ ਵਿੱਚ ਮਨੁੱਖਾ ਜੀਵਨ ਪਾਇਆ ਤਾਂ ਹੀ ਸਫਲ ਹੈ ਜੀ, ਜੇ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਦੇ ਸ਼ਬਦ ਰਾਹੀਂ ਆਪਣੀ ਸੁਰਤ ਪਰਮੇਸ਼ਰ ਨਾਲ ਜੋੜੀਏ, ਉਸ ਵਿੱਚ ਲੀਨ ਹੋਈਏ ਜੀ। ਦ੍ਰਿਸ਼ਟ ਮਾਨ ਚਿੱਤਰ ਦਰਸ਼ਨ ਭੂਲ ਭੁਲਈਆਂ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਹਨ ਜੀ। ਸੋ ਸਿਧਾਂਤ ਇਹ ਹੈ ਜੀ ਕਿ ਗੁਰੂਆਂ ਦੀ ਦੱਸੀ ਹੋਈ ਕਾਰ ਜੋ ਕਿ ਗੁਰਸ਼ਬਦ ਗੁਰਬਾਣੀ ਨਾਮ ਹੈ, ਉਸ ਨੂੰ ਕਮਾਉਣ ਵਾਲੇ ਸਭ ਗੁਰਮੁਖ ਜੀਵ ਵਸਦੇ ਰਸਤੇ ਹੱਸਦੇ ਹੋਏ ਇਸ ਜਗਤ ਸੰਸਾਰ ਤੋਂ ਨਿਰਲੇਪ ਅਤੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਰਤੇ ਰਹਿੰਦੇ ਹਨ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਆਖਦੇ ਹਨ, ਤਾਂ ਜਗ ਆਇਆ ਜਾਣੀਏ ਸਾਚੇ ਲਿਵਲਾਏ, ਗੁਰ ਭੇਟੇ ਪਾਰਸ ਪੈ ਜੋਤੀ ਜੋਤ ਮਿਲਾਏ। ਤਾਂ ਜਗ ਆਇਆ ਜਾਣੀਏ ਸਾਚੇ ਲਿਵਲਾਏ, ਗੁਰ ਭੇਟੇ ਪਾਰਸ ਪੈ ਜੋਤੀ ਜੋਤ ਮਿਲਾਏ। ਐਨਸ ਰਹੇ ਨਿਰਾਲਮੋ ਕਾਰ ਤੁਰਕੀ ਕਰਨੀ, ਨਾਨਕ ਨਾਮ ਸੰਤੋਖੀਆ ਰਾਤੇ ਹਰ ਚਰਨੀ। ਐਨਸ ਰਹੇ ਨਿਰਾਲਮੋ ਕਾਰ ਤੁਰਕੀ ਕਰਨੀ, ਨਾਨਕ ਨਾਮ ਸੰਤੋਖੀਆ ਰਾਤੇ ਹਰ ਚਰਨੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।